ਤੇ ਕਈ ਸੰਸਾਰ ਦੇ ਵਿੱਚ ਫਸਣ ਵਾਸਤੇ ਉਸ ਬਾਣੀ ਦਾ ਉਪਯੋਗ ਕਰਦੇ। ਹੈ ਤੇ ਉਪਦੇਸ਼ ਹੀ ਹੈ ਬਾਣੀ, ਪਰ ਉਹਦਾ ਉਪਯੋਗ ਲੋਕਾਂ ਦੇ ਹੱਥ ਵਿੱਚ ਹੈ ਨਾ। ਅਗਰ ਗੁਰੂ ਸਾਹਮਣੇ ਹੁੰਦਾ ਤੇ ਉਹ ਕਹਿੰਦਾ ਕਿ ਮੈਨੂੰ ਵਰਤ ਰਹੇ ਹੋ ਸੰਸਾਰ ਵਾਸਤੇ, ਮੈਂ ਸੰਸਾਰ ਵਾਸਤੇ ਥੋੜ੍ਹੀ, ਮੈਂ ਤਾਂ ਸੰਸਾਰ ਤੋਂ ਕੱਢਣ ਵਾਸਤੇ ਆਇਆ। ਇਹੋ ਤਾਂ ਬਾਬੇ ਨਾਨਕ ਨੇ ਤੇ ਸਿੱਧਾ ਨੂੰ ਕਿਹਾ ਹੋਊ ਤੇ ਹੋਰਾਂ ਨੂੰ ਕਿਹਾ, ਮੈਂ ਸੰਸਾਰ ਵਾਸਤੇ ਥੋੜ੍ਹੀ ਆ, ਸੰਸਾਰ 'ਚ ਵਰਤੋ ਮੈਨੂੰ। ਪਰ ਉੱਥੇ ਉਪਦੇਸ਼ ਹੈ, ਇਸ ਕਰਕੇ ਉਪਦੇਸ਼ ਨੂੰ ਜਿਹੜੇ ਢੰਗ ਦੇ ਨਾਲ ਮਰਜ਼ੀ ਵਰਤਣ। ਤੇ ਕੁਝ ਲੋਕ ਸੰਸਾਰ ਵਾਸਤੇ ਵੀ ਵਰਤੇ ਹਨ, ਉਹੋ ਹੀ ਉਪਦੇਸ਼ ਜਿਹੜਾ ਸੰਸਾਰ ਚੋਂ ਨਿਕਲਣ ਵਾਸਤੇ ਕਹਿ ਰਿਹਾ। ਦੇਖੋ ਕਮਾਲ ਦੀ ਗੱਲ, ਉਹੋ ਹੀ ਉਪਦੇਸ਼ ਪੜ੍ਹ ਰਹੇ ਹਨ ਵੀ ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰੇ ਮੀਤ। ਉਹੋ ਹੀ ਉਪਦੇਸ਼ ਪੜ੍ਹ ਕੇ ਤੇ ਮੰਗ ਰਹੇ ਹਨ ਝੂਠ, ਮਹਿਲ ਮਾੜੀਆਂ ਮੰਗ ਰਹੇ। ਤੇ ਉਪਦੇਸ਼ ਉਹੋ ਹੀ ਹੈ, ਸ਼ਬਦ ਉਹੋ ਹੀ ਹਨ। ਇੱਕ ਸ਼ਬਦ ਆਪਾਂ ਕਿਸੇ ਨੂੰ ਪਿਆਰ ਨਾਲ ਬੋਲ ਸਕਦੇ ਹਾਂ, ਉਹ ਸ਼ਬਦ ਆਪਾਂ ਕਿਸੇ ਨੂੰ ਕੌੜਾ ਬੋਲ ਸਕਦੇ, ਉਹਨੂੰ ਦਰਦ ਲੱਗੇਗੀ, ਦੁੱਖ ਹੋਏਗਾ, ਸ਼ਬਦ ਤੇ ਉਹੀ। ਤੇ ਲੋਕ ਭਾਸ਼ਾ ਦੇ ਨਾਲ ਜੁੜ ਰਹੇ ਨਹੀਂ। ਭਾਸ਼ਾ ਦਾ ਉਪਯੋਗ ਹੈ ਸੰਸਾਰ ਵੱਲ ਨੂੰ ਜਾਣ ਵਾਸਤੇ। ਅਗਰ ਭਾਸ਼ਾ ਨਾ ਹੁੰਦੀ ਤੇ ਸਮਾਜ ਵੀ ਨਾ ਹੁੰਦਾ। ਇਸ ਕਰਕੇ ਪਸ਼ੂ ਪੰਛੀਆਂ ਦਾ ਸਮਾਜ ਵੀ ਨਹੀਂ, ਕਿਉਂਕਿ ਭਾਸ਼ਾ ਨਹੀਂ। ਭਾਸ਼ਾ ਦੁਆਰਾ ਹੀ ਸਮਾਜ। ਤੇ ਭਾਸ਼ਾ ਦਾ ਉਪਯੋਗ ਹੈ ਸੰਸਾਰ ਵਾਲੇ ਪਾਸੇ ਵੀ, ਤੇ ਭਾਸ਼ਾ ਦਾ ਉਪਯੋਗ ਹੈ ਪਰਮਾਰਥ ਵਾਲੇ ਪਾਸੇ, ਸ਼ਬਦ ਦਾ ਉਪਯੋਗ। ਪਰ ਜਿਹੜੇ ਸ਼ਬਦ ਹਨ ਨਾ, ਇਹ ਇੱਕੋ ਹੀ ਕੰਮ ਕਰਦੇ ਹਨ। ਮੈਂ ਬਹੁਤ ਵਾਰ ਕਹਿਣਾ ਹੁੰਦਾ ਵੀ ਸ਼ਬਦ ਹੀ ਸ਼ਬਦਾਂ ਨੂੰ ਛੱਡਣ ਵਾਸਤੇ ਹਨ। ਸੰਸਾਰਿਕ ਸ਼ਬਦਾਂ ਨੂੰ ਛੱਡਣ ਵਾਸਤੇ ਗੁਰੂ ਦੇ ਸ਼ਬਦ, ਗੁਰੂ ਦਾ ਉਪਦੇਸ਼ ਹੈ। ਸੰਸਾਰਿਕ ਵਿਚਾਰਾਂ ਨੂੰ ਛੱਡਣ ਵਾਸਤੇ ਸ਼ਬਦ ਹੀ ਛੱਡਣੇ ਹਨ। ਫਿਰ ਜਦੋਂ ਸ਼ਬਦ ਛੁੱਟ ਜਾਂਦੇ ਹਨ ਨਾ, ਫਿਰ ਗੁਰੂ ਦਾ ਇੱਕੋ ਹੀ ਸ਼ਬਦ ਰਹਿ ਜਾਂਦਾ ਹੈ, ਜਿਹੜਾ ਵਾਸਤਵਿਕ। ਬਾਹਰੀ ਸ਼ਬਦ ਛੁੱਟ ਜਾਂਦੇ ਹਨ, ਫਿਰ ਇੱਕ ਸ਼ਬਦ ਦੁਆਰਾ ਉਹ ਸਾਰੇ ਸ਼ਬਦ ਛੱਡਣੇ। ਪਹਿਲਾਂ ਤਾਂ ਸੰਸਾਰੀ ਸ਼ਬਦ ਛੱਡਣੇ ਹਨ, ਫਿਰ ਧਾਰਮਿਕ ਸ਼ਬਦ ਛੱਡਣੇ ਹਨ, ਕਿਉਂਕਿ ਉਹ ਵੀ ਤੇ ਸ਼ਬਦ ਹੀ ਹਨ। ਤੇ ਫਿਰ ਜਦੋਂ ਇੱਕ ਸ਼ਬਦ ਕਹਿੰਦੇ ਨਾ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਪਹੁੜ ਜਨਮ ਨਾ। ਇੱਕ ਸ਼ਬਦ, ਤੇ ਉਹ ਜਿਹੜਾ ਸ਼ਬਦ ਹੈ ਨਾ, ਜਿਹਦੇ ਦੁਆਰਾ ਆਪਣਾ ਮਨ ਠਹਿਰਦਾ ਹੈ, ਉਹਨੂੰ ਗੁਰੂ ਕਿਹਾ ਹੈ। ਕਿਉਂਕਿ ਉਹਦੇ ਦੁਆਰਾ ਆਪਣਾ ਸੰਸਾਰ ਤੋਂ ਛੁਟਕਾਰਾ ਹੋਇਆ। ਸ਼ਬਦ ਦੁਆਰਾ ਹੀ ਆਪਾਂ ਨੂੰ ਸਮਝ ਵਿੱਚ ਆਉਂਦੀ ਹੈ ਗੱਲ। ਅਗਰ ਸ਼ਬਦ ਨਾ ਹੋਣ ਤੇ ਸਮਝ ਵਿੱਚ ਨਾ ਆਵੇ, ਇਸ ਕਰਕੇ ਗੁਰੂ ਕਿਹਾ ਹੈ ਸ਼ਬਦ। ਫਿਰ ਜਿਹੜੇ ਢੰਗ ਦੇ ਨਾਲ ਆਪਣਾ ਸਮਝਣਾ ਹੋਵੇ, ਜਿਵੇਂ ਕੱਲ ਹੀ ਇੱਕ ਪ੍ਰੇਮੀ ਆਇਆ ਸੀ, ਉਹ ਕਹਿ ਰਿਹਾ ਸੀ ਵੀ ਇਸ ਪੱਖ ਨੂੰ ਜਾਣਾ ਹੋਵੇ ਫਿਰ ਟੀਚਰ ਦੀ ਤੇ ਲੋੜ ਹੁੰਦੀ ਹੈ ਨਾ। ਤੇ ਮੈਂ ਉਹਨੂੰ ਕਿਹਾ ਸੀ ਵੀ ਟੀਚਰ ਦੀ ਲੋੜ ਹੁੰਦੀ ਹੈ ਬਾਹਰੀ ਸ਼ਬਦ ਸਿੱਖਣ ਵਾਸਤੇ। ਜਿਵੇਂ ਬਾਹਰੀ ਸਕੂਲ ਦੀ ਪੜ੍ਹਾਈ ਕਰਦੇ ਹਨ ਬੱਚੇ, ਉੱਥੇ ਮਾਸਟਰ ਹੁੰਦਾ ਹੈ, ਟੀਚਰ, ਉਹ ਬਾਹਰਲੀ ਪੜ੍ਹਾਈ ਕਰਦਾ ਹੈ। ਤੇ ਉਹ ਫਿਰ ਬਾਹਰੀ ਸ਼ਬਦ ਸਿਖਾਉਂਦਾ ਹੈ ਤੇ ਉਹ ਫੀਸ ਲੈਂਦਾ ਹੈ। ਤੇ ਉਹਦਾ ਬੱਚੇ ਬਹੁਤਾ ਸਤਿਕਾਰ ਵੀ ਨਹੀਂ ਕਰਦੇ, ਕਿਉਂਕਿ ਉਹ ਧੰਦਾ ਕਰ ਰਿਹਾ ਹੈ, ਪੈਸੇ ਲੈਂਦਾ ਹੈ, ਆਪਣੀ ਵਿੱਦਿਆ ਵੇਚਦਾ। ਕਹਿੰਦੇ ਨਾ, ਮਾਇਆ ਕਾਰਨ ਵਿੱਦਿਆ ਵੇਚੀ, ਜਨਮ ਆਕਾਰਥ ਜਾਏ। ਉਹ ਕੋਈ ਪਰਮਾਰਥ ਦੇ ਮਾਰਗ ਤੇ ਥੋੜ੍ਹੀ ਜਾ ਰਿਹਾ ਹੈ, ਉਹ ਤਾਂ ਧੰਦਾ ਕਰ ਰਹੇ ਹੈ। ਜੋ ਉਹਨਾਂ ਕੋਲ ਵਿੱਦਿਆ ਸੀ, ਜਾਣਕਾਰੀ ਸੀ, ਅੱਖਰ ਜਾਣਦੇ ਸਨ, ਦੂਸਰਿਆਂ ਨੂੰ ਸਮਝਾ ਰਹੇ ਹਨ, ਉਹਦੀ ਫੀਸ ਲੈ ਰਹੇ ਹੈ। ਉਹ ਧੰਦਾ ਹੈ। ਤੇ ਟੀਚਰ ਦੀ ਲੋੜ ਨਹੀਂ ਸੀ, ਉਹਨੂੰ ਮੈਂ ਕਿਹਾ ਸੀ
ਅਗਰ ਟੀਚਰ ਦੀ ਤਰ੍ਹਾਂ ਤੁਸੀਂ ਸਮਝੋਗੇ, ਤੁਸੀਂ ਅੱਖਰੀ ਸਮਝੋਗੇ। ਇਸ ਕਰਕੇ ਕਈ ਲੋਕ ਜਿਹੜੇ ਕਥਾ ਦੀ ਤਰ੍ਹਾਂ ਸੁਣਦੇ ਹਨ ਨਾ, ਉਹ ਅੱਖਰੀ ਸਮਝਦੇ। ਉਹ ਸਮਝਦੇ ਹਨ ਇੱਕ ਟੀਚਰ ਹੈ, ਕੋਈ ਵਿਆਖਿਆ ਕਰ ਰਿਹਾ ਹੈ, ਤੋ ਵਿਆਖਿਆ ਦੇ ਢੰਗ ਦੇ ਨਾਲ ਸੁਣਦੇ ਹਨ, ਕਥਾ ਸੁਣਦੇ ਜਿਵੇਂ ਆਮ ਸੁਣਦੇ, ਤੋ ਅੱਖਰੀ ਸਿੱਖ ਰਹੇ ਹਨ। ਕਈ ਵਿਚਾਰਵਾਨ ਬਣ ਜਾਂਦੇ ਹਨ ਸਿੱਖ ਸਿੱਖ ਕੇ, ਸੁਣ ਸੁਣ ਕੇ। ਬਾਣੀ ਤੇ ਉਹੋ ਹੀ ਹੈ ਨਾ, ਗੁਰੂ ਨਾਨਕ ਦੇਵ ਜੀ ਕਈ ਪ੍ਰਚਾਰਕ ਬਣ ਗਏ, ਤੇ ਕਈਆਂ ਨੇ ਲਾਹਾ ਲੈ ਲਿਆ ਉਪਦੇਸ਼ ਤੋਂ। ਪ੍ਰਚਾਰਕ ਵੀ ਵੇਖੋ ਉਹ ਅੱਖਰਾਂ ਦਾ ਵੀ ਉਪਯੋਗ ਕਰ ਰਹੇ। ਤੇ ਇੱਥੇ ਫਿਰ ਜੇ ਆਪਾਂ ਸਿੱਖਣਾ ਹੈ ਕਿਸੇ ਕੋਲ, ਇੱਕ ਗੱਲ ਖਿਆਲ ਵਿੱਚ ਬਹੁਤ ਜ਼ਰੂਰੀ ਰੱਖਣ ਯੋਗ ਹੈ। ਜਦੋਂ ਆਪਾਂ ਕਿਸੇ ਕੋਲ ਬੈਠ ਕੇ ਸਾਹਮਣੇ ਸਿੱਖਦੇ ਹਾਂ ਨਾ, ਅਗਰ ਆਪਾਂ ਨੂੰ ਪਤਾ ਹੋਵੇ ਵੀ ਆ ਸਾਹਮਣੇ ਬੈਠਾ ਹੋਇਆ 10ਵੀਂ ਪਾਸ ਹੈ, ਮੈਨੂੰ ਪੜ੍ਹਾ ਰਿਹਾ, ਤਾਂ ਆਪਾਂ ਨੂੰ ਸਤਿਕਾਰ ਘੱਟ ਹੁੰਦਾ। ਜੇ ਕੋਈ ਦੱਸ ਦੇਵੇ ਵੀ ਇਹ ਨਹੀਂ BA MA ਪੜ੍ਹਿਆ ਹੋਇਆ ਹੈ, ਬਹੁਤ ਸਮਝਦਾਰ ਹੈ, ਆਪਾਂ ਸਤਿਕਾਰ ਜ਼ਿਆਦਾ ਕਰਦੇ। ਜੋ ਕੋਈ ਕਵੇ ਵੀ ਇਹ ਬਾਹਰੋਂ ਪੜ੍ਹ ਕੇ ਆਇਆ ਹੈ, ਇਹ ਤੇ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ 'ਚ ਪੜ੍ਹਾਉਂਦਾ ਰਿਹਾ ਹੈ, ਫਿਰ ਆਪਾਂ ਹੋਰ ਸਤਿਕਾਰ ਕਰਦੇ ਵੀ ਪੜ੍ਹੇ। ਫਿਰ ਦੂਸਰੀ ਗੱਲ ਹੈ, ਜਿੰਨਾ ਆਪਾਂ ਸਤਿਕਾਰ ਕਰਦੇ ਹਾਂ ਨਾ, ਜਿੰਨਾ ਆਪਾਂ ਸਤਿਕਾਰ ਕਰਦੇ ਹਾਂ, ਓਨਾ ਹੀ ਆਪਾਂ ਨੂੰ ਜ਼ਿਆਦਾ ਲਾਭ ਵੀ ਹੁੰਦਾ ਹੈ। ਕਿਉਂਕਿ ਸਤਿਕਾਰ ਜਿਹੜਾ ਹੈ ਨਾ, ਉਹਦੇ ਭਾਵ ਦੁਆਰਾ ਆਪਾਂ ਉਹਨੂੰ ਜ਼ਿਆਦਾ ਸਮਝਦੇ ਹਾਂ। ਵੀ ਆਪਾਂ ਜਿਹਦੇ ਸਾਹਮਣੇ ਬੈਠੇ ਹੋਏ ਹਾਂ ਉਹ ਐਵੇਂ ਨਹੀਂ, ਇਦਾਂ ਹੀ ਪਰਮਾਰਥ ਦੇ ਮਾਰਗ ਤੇ। ਤੇ ਐਸਾ ਨਹੀਂ ਹੈ ਕਿ ਜਿਹਨੂੰ ਤੁਸੀਂ ਸੁਣ ਰਹੇ ਹੋ ਉਹਨੂੰ ਤੁਸੀਂ ਬਹੁਤ ਮਹਾਨ ਬਣਾ ਦੋਗੇ ਤਾਂ ਮਹਾਨ ਬਣ ਜਾਵੇਗਾ। ਨਹੀਂ, ਤੁਹਾਡੇ ਮਹਾਨ ਬਣਾਉਣ ਦੇ ਨਾਲ ਤੁਹਾਨੂੰ ਜ਼ਿਆਦਾ ਮਿਲੇਗਾ। ਹੁਣ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਇੱਥੇ ਸਿੱਧ ਬੈਠੇ ਸਨ। ਹੁਣ ਕੁਛ ਸਿੱਧ ਤੇ ਗੁਰੂ ਸਾਹਿਬ ਜੀ ਨੂੰ ਵਾਕਿਆ 'ਚ ਹੀ ਉਹ ਗੁਰੂ ਸਮਝਦੇ ਹੋਣਗੇ, ਤੇ ਉਹਨਾਂ ਨੂੰ ਗੁਰੂ ਦਾ ਉਪਦੇਸ਼ ਮਿਲਿਆ। ਕਈ ਸਮਝਦੇ ਹੋਣਗੇ ਆਮ ਸਾਧੂ ਆ, ਤੁਰਿਆ ਫਿਰਦਾ, ਕਥਾ ਕਹਾਣੀਆਂ ਜ਼ਿਆਦੀਆਂ ਜਾਣ ਗਿਆ ਹੋਵੇ, ਸਮਝਦਾਰ ਹੈ, ਪੜ੍ਹਿਆ ਲਿਖਿਆ ਹੈ, ਉਹ ਇੱਦਾਂ ਸਮਝਦੇ ਹੋਣਗੇ ਤੇ ਉਹਨਾਂ ਨੂੰ ਉਨੀ ਕੁ ਸਮਝ ਆਈ ਹੋਵੇ। ਕਈ ਕਹਿੰਦੇ ਹੋਣਗੇ ਪਖੰਡੀ ਹੈ, ਤੋਈ ਖਾਲੂ ਹੋ ਗਏ, ਗੱਲ ਉਹੋ ਹੀ ਸੀ, ਸਮਝਾ ਤੇ ਇੱਕੋ ਹੀ ਰਹਿ। ਕੁਛ ਐਸਾ ਵੀ ਹੋ ਸਕਦਾ ਹੈ ਕਈ ਉਹਨੂੰ ਰੱਬ ਰੂਪ ਸਮਝਦੇ ਹੋਣ, ਪਰਮਾਤਮਾ ਸਮਝਦੇ ਹੋਣ, ਤੇ ਜੋ ਆਪਾਂ ਸਮਝਦੇ ਹਾਂ ਜਿਹਦੇ ਕੋਲ, ਉਹੋ ਹੀ ਆਪਾਂ ਨੂੰ ਸਮਝਾ ਰਿਹਾ ਹੈ, ਫਿਰ ਆਪਾਂ ਉਹਦੇ ਨਾਲ ਹੀ ਜੁੜ ਜਾਂਦੇ। ਇਸ ਕਰਕੇ ਕਿਹਾ ਨਾ, ਗੁਰ ਪਰਮੇਸ਼ਰ ਏਕੋ ਜਾਨ, ਜਾਮੇ ਭੇਦ ਨ ਰੰਕ ਪਹਿਚਾਣ। ਭਈ ਤੁਸੀਂ ਅਗਰ ਉਹਨੂੰ ਪਰਮਾਤਮਾ ਸਮਝੋਗੇ, ਪਰਮਾਤਮਾ ਹੀ ਮਿਲੂਗਾ ਤੁਹਾਨੂੰ। ਪਰ ਉਹਨੂੰ ਵੱਡਾ ਵੱਡਾ ਕਹਿਣ ਦੇ ਨਾਲ ਉਹਨੇ ਨਾ ਵੱਡਾ ਹੋਣਾ ਨਾ ਛੋਟਾ ਹੋਣਾ। ਉੱਦਾਂ ਵੀ ਆਪਾਂ ਆਮ ਮਨੁੱਖ ਨੂੰ ਵੀ ਜੋ ਮਰਜ਼ੀ ਕਹੀ ਜਾਈਏ, ਉਹਦੀ ਜੋ ਸਥਿਤੀ ਆ ਉਹ ਹੀ ਰਹਿੰਦੀ। ਕਹਿੰਦੇ ਨਾ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਹ ਵੱਡਾ ਕਹਿਣ ਦੇ ਨਾਲ ਵੱਡਾ ਨਹੀਂ ਹੁੰਦਾ, ਪਰ ਜਿਹੜੇ ਕਹਿਣ ਵਾਲੇ ਹਨ ਨਾ ਵੱਡਾ ਮਹਾਨ, ਉਹਨਾਂ ਨੂੰ ਫਿਰ ਵੱਡਾ ਮਿਲਣਾ ਸ਼ੁਰੂ ਹੋ ਜਾਂਦਾ। ਅਗਰ ਤੁਸੀਂ ਸਾਹਮਣੇ ਜਿਹਦੇ ਕੋਲ ਸੁਣ ਰਹੇ ਹੋ ਪਰਮਾਤਮਾ ਰੂਪ ਮਹਾਨ ਸਮਝਦੇ ਹੋ, ਤੇ ਤੁਹਾਨੂੰ ਪਰਮਾਤਮਾ ਜਿਹਾ ਹੀ ਉਹਦੇ ਕੋਲ ਮਿਲੇਗਾ, ਜੋ ਪਰਮਾਤਮਾ ਦੇ ਸਕਦਾ। ਜਿਵੇਂ ਐਵੇਂ ਸਮਝ ਲਈਏ ਆਪਾਂ, ਕਿਸੇ ਨੂੰ ਆਪਾਂ ਮਿੱਤਰ ਬਣਾਈ ਦੋਸਤੀ, ਤੇ ਮਿੱਤਰ ਕੋਲ ਕੀ ਮਿਲੇਗਾ, ਜੋ ਮਿੱਤਰ ਦੇ ਸਕਦਾ। ਪ੍ਰੇਮੀ ਬਣਾਈਏ, ਪ੍ਰੇਮੀ ਕੋ ਕੀ ਮਿਲੇਗਾ, ਜੋ ਪ੍ਰੇਮੀ ਦੇ ਸਕਦਾ। ਏਦਾਂ ਹੁੰਦਾ ਹੈ ਨਾ। ਇਸ ਕਰਕੇ ਕ੍ਰਿਸ਼ਨ ਕੋਲ ਅਰਜਨ ਬਹੁਤਾ ਕੁਛ ਲੈ ਨਹੀਂ ਸਕਿਆ, ਮਿੱਤਰ ਬਣਾਉਂਦਾ ਸੀ, ਸਖਾ, ਬਚਪਨ ਦਾ ਮਿੱਤਰ। ਤੇ ਮਿੱਤਰ ਕੋ ਜੋ ਮਿਲ ਸਕਦਾ ਉਹ ਮਿਲਦਾ ਹੈ। ਅਗਰ ਕੋਈ ਪ੍ਰੇਮ ਕਰਦਾ ਹੈ, ਪ੍ਰੇਮੀ ਕੋ ਜੋ ਮਿਲ ਸਕਦਾ ਉਹ ਮਿਲਦਾ। ਅਗਰ ਕੋਈ ਪਰਮਾਤਮਾ ਜਿਹਾ ਕਿਸੇ ਨੂੰ ਸਮਝਦਾ, ਤੇ ਪਰਮਾਤਮਾ ਜੋ ਦੇ ਸਕਦਾ, ਪਰਮਾਤਮਾ ਤੇ ਸਭ ਕੁਛ ਹੀ ਦੇ ਸਕਦਾ। ਅਗਰ ਕੋਈ ਗੁਰੂ ਸਮਝਦਾ, ਤੇ ਗੁਰੂ ਜੋ ਕੁਛ ਦੇ ਸਕਦਾ।
ਤੇ ਭਾਵ ਵੱਖ-ਵੱਖ ਹੋਵੇਗਾ ਹਰ ਇੱਕ। ਇਹ ਨਹੀਂ ਆਪਾਂ ਕਿਸੇ ਨੂੰ ਕਹਿ ਦਈਏ ਵੀ ਤੂੰ ਆ ਸਮਝ, ਨਹੀਂ, ਸਾਰਿਆਂ ਦਾ ਭਾਵ ਵੱਖ-ਵੱਖ ਹੋਊਗਾ, ਜੈਸਾ ਭਾਵ ਹੋਏਗਾ ਵੈਸਾ ਮਿਲੇਗਾ। ਤੇ ਜਿਹੜਾ ਸ਼ਬਦ ਹੈ ਨਾ, ਸ਼ਬਦ ਦਾ ਤੇ ਇੱਕ ਹੈ ਬਾਹਰੀ ਰੂਪ, ਤੇ ਬਾਹਰੀ ਰੂਪ ਤੇ ਇਹ ਹੈ ਵੀ ਬਾਹਰੀ ਉਪਦੇਸ਼ ਦੁਆਰਾ, ਬਾਹਰੀ ਸ਼ਬਦਾਂ ਦੁਆਰਾ ਅਸੰਸਾਰਿਕ ਸ਼ਬਦਾਂ ਤੋਂ ਛੁਡਾਉਣਾ ਹੈ, ਸੰਸਾਰ ਵੱਲੋਂ ਛੁਟਕਾਰਾ ਕਰਨਾ ਹੈ, ਝੂਠ ਵੱਲੋਂ ਕਹਿ ਸਕਦੀ। ਪਹਿਲਾਂ ਗੁਰੂ ਦੇ ਸ਼ਬਦ ਜਿਹੜੇ ਹਨ ਨਾ, ਝੂਠ ਵੱਲੋਂ ਛੁਟਕਾਰਾ ਕਰਦੇ, ਝੂਠ ਤੋਂ ਛਡਾਉਂਦੇ। ਉਹ ਸ਼ਬਦ ਦੇ ਸਹਾਰੇ ਹੀ ਹੁੰਦਾ, ਉਪਦੇਸ਼ ਦੇ ਸਹਾਰੇ ਹੀ ਹੁੰਦਾ। ਇਸ ਕਰਕੇ ਜਿੰਨੇ ਵੀ ਪਰਮ ਪੁਰਖ ਹੋਏ ਹਨ, ਉਹਨਾਂ ਨੇ ਉਪਦੇਸ਼ ਹੀ ਦਿੱਤਾ ਹੈ ਜ਼ਿਆਦਾ, ਤੇ ਉਹ ਉਪਦੇਸ਼ ਦੇ ਸਹਾਰੇ ਹੁੰਦਾ ਹੈ। ਫਿਰ ਅਗਰ ਕੋਈ ਉਪਦੇਸ਼ ਸੁਣ ਕੇ ਬਾਹਰੋਂ ਝੂਠ ਤੋਂ ਛੁਟਕਾਰਾ ਪਾ ਲੈਂਦਾ ਹੈ ਨਾ, ਤੇ ਫਿਰ ਉਹਨੂੰ ਅੰਦਰ ਇੱਕ ਹੋਰ ਸ਼ਬਦ ਹੈ, ਜਿਹੜਾ ਸ਼ਬਦ ਦਾ ਸੂਖਸ਼ਮ ਰੂਪ ਹੈ, ਉਹਨੂੰ ਧੁਨ ਕਹਿੰਦੇ ਆ। ਜਿਸ ਤਰ੍ਹਾਂ ਮੈਂ ਉਦਣ ਕਿਹਾ ਹੈ ਨਾ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਵੀ ਗੁਰਮੁਖ ਜਿਹੜਾ ਹੈ ਉਹ ਨਾਦ ਨੂੰ ਸੁਣ ਲੈਂਦਾ ਹੈ, ਉਹ ਗੁਰਮੁਖ ਹੈ। ਫਿਰ ਸ਼ਬਦ ਦਾ ਸੂਖਸ਼ਮ ਰੂਪ ਹੈ ਧੁਨ। ਫਿਰ ਧੁਨ ਜਿਹੜੀ ਹੈ ਨਾ, ਉਹ ਬਹੁਤ ਬਾਰੀਕ, ਭਾਵ ਕਿ ਤੁਸੀਂ ਜਦੋਂ ਪ੍ਰੇਮ ਦੁਆਰਾ ਇੰਨੇ ਗਹਿਰੇ ਜੁੜ ਗਏ, ਫਿਰ ਉਹ ਸ਼ਬਦ ਨਾ ਵੀ ਬੋਲੇ ਤਾਂ ਵੀ ਸ਼ਬਦ ਸੁਣਿਆ ਜਾਂਦਾ, ਪਰ ਬਹੁਤ ਸੂਖਸ਼ਮ ਹੁੰਦਾ ਹੈ, ਧੁਨ ਹੁੰਦੀ। ਤੇ ਆ ਜਿਹੜੇ ਮੈਂ ਸ਼ਬਦ ਬੋਲ ਰਿਹਾ ਹਾਂ, ਇਹ ਵੀ ਭਿੰਨ ਭਿੰਨ ਢੰਗ ਦੇ ਨਾਲ ਸੁਣੇ ਜਾਂਦੇ,